ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਰੰਧਾਵਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮਨਪ੍ਰੀਤ ਜੀ, ਵੱਡਾ ਸਵਾਲ ਖੜਾ ਹੋ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਗੈਰ ਰਸਮੀ ਨਜ਼ਰੀਓਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਵੱਖ ਕੀਤਾ ਜਾ ਚੁੱਕਿਆ, ਜਿਹਦਾ ਐਲਾਨ ਅਜੇ ਨਹੀਂ ਹੋਇਆ, ਜਾਂ ਕੀ ਨਵਜੋਤ ਸਿੰਘ ਸਿੱਧੂ ਆਪ ਹੀ ਇਸ ਅਹੁਦੇ ਤੋਂ ਪਾਸੇ ਹੋ ਗਿਆ? ਕਿਉਂਕਿ ਇੱਕ ਬੇਹੱਦ ਅਹਿਮ ਡਿਵੈਲਪਮੈਂਟ ਦੇ ਵਿੱਚ ਤੁਸੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਨਿਰੀਖਣ ਲਈ, ਐਨਾਲਿਸਿਸ ਲਈ ਰੱਖ ਸਕਦੇ ਹੋ। ਬਲਾਕ ਪ੍ਰਧਾਨਾਂ ਦੀ ਮੀਟਿੰਗ ਹੋਵੇ ਔਰ ਬਲਾਕ ਪੱਧਰ ਦੇ ਲੀਡਰਾਂ ਨੂੰ ਕੌਣ ਸੱਦ ਰਿਹਾ ਤੇ ਉੱਥੇ ਸਿੱਧੂ ਕਿਉਂ ਹਾਜ਼ਰ ਨਹੀਂ? ਸੀਐਮ ਦੇ ਨਿਵਾਸ ਦੇ ਉੱਤੇ ਇਹ ਮੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਪ੍ਰਦੇਸ਼ ਦੇ ਇੰਚਾਰਜ ਵੀ ਬੈਠਦੇ ਆ। ਕੀ ਸਿੱਧੂ ਹੁਣ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਆ ਜਾਂ ਢੁਕਵੇਂ ਸਮੇਂ ਦੀ ਉਡੀਕ ਵਿੱਚ ਆ ਕਿ ਕਦੋਂ ਉਹ ਪਾਰਟੀ ਤੋਂ ਪਾਸੇ ਜਾਣ? ਦੂਜਾ ਸਵਾਲ ਐਮ ਆ ਕਿ ਇਸ ਸਾਰੀ ਕਵਾਇਦ ਦੇ ਦਰਮਿਆਨ ਦੇ ਵਿੱਚ ਇੱਕ ਲਿਸਟ ਜਿਹੜੀ ਸਿੱਧੂ ਨੇ ਹਾਈ ਕਮਾਂਡ ਨੂੰ ਭੇਜੀ ਸੀ ਪਾਰਟੀ ਅਹੁਦੇਦਾਰਾਂ ਦੀ, ਉਹ ਕਿਉਂ ਪੈਂਡਿੰਗ ਆ ਔਰ ਕਿੱਥੇ ਲਟਕੀ ਹੋਈ ਆ? ਆਖਰ ਉੱਤੇ ਸਹਿਮਤੀ ਕਿਉਂ ਨਹੀਂ ਬਣ ਸਕੀ? ਤੇ ਇਹ ਬਹੁਤ ਸਾਰੇ ਵੱਡੇ ਸਵਾਲ ਆ ਜਿਹੜੇ ਪਰਦੇ ਦੇ ਪਿੱਛੇ ਨੇ। ਪਰਦੇ ਤੇ ਆਉਣੇ ਬਣਦੇ ਆ ਕਿਉਂਕਿ ਸਭ ਪਬਲਿਕ ਡੋਮੇਨ 'ਚ ਹੁੰਦਾ ਹੈ ਸਿਆਸਤ ਦਾ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੀ ਤੇਜ਼ੀ ਨਾਲ ਆਪਣੇ ਪੱਤੇ, ਆਪਣੀ ਗੇਮ ਖੇਡ ਰਿਹਾ। ਉਹਨਾਂ ਨੇ ਕੱਲ ਪੰਥਕ ਏਜੰਡੇ ਦੇ ਉੱਤੇ ਚੱਲਦਿਆਂ ਸਾਰੀ ਦੀ ਸਾਰੀ ਐਗਜ਼ੈਕਟਿਵ ਬਾਡੀ ਨੂੰ ਔਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਉਹਨਾਂ ਨੂੰ ਚੁਣਿਆ। ਉਹਦੇ ਚੋਂ ਕਾਫੀ ਲੋਕ ਐਸੇ ਨੇ ਜਿਹੜੇ ਜਥੇਦਾਰ ਗੁਰਚਰਨ ਸਿੰਘ ਟੌੜਾ ਮਰਹੂਮ ਉਹਨਾਂ ਦੇ ਸਾਥੀ ਰਹੇ ਨੇ। ਪੰਥਕ ਸਫਾਂ ਦੇ ਵਿੱਚ ਆਪਣੀ ਗਵਾਚੀ ਪੈਂਠ ਨੂੰ ਮੁੜ ਬਹਾਲ ਕਰਨ ਦਾ ਇਹ ਯਤਨ ਹੋਇਆ। ਉਂਝ ਵੈਸੇ ਵੀ ਅਕਾਲੀ ਦਲ ਆਪਣੀ ਸਾਰੀ ਗੇਮ ਇਸ ਵੇਲੇ ਹਵਾ ਦੇ ਰੁਖ ਦੇ ਆਧਾਰ ਤੇ ਨਹੀਂ ਖੇਡ ਰਿਹਾ, ਉਹ ਆਪਣੇ ਕੈਂਡੀਡੇਟਸ ਦੇ ਸਿਰ ਤੇ ਖੇਡ ਰਿਹਾ। ਕੱਲ ਜਿਹੜੇ ਦੋਵੇਂ ਉਮੀਦਵਾਰਾਂ ਦੀ ਲਿਸਟ ਜਾਰੀ ਹੋਈ ਆ, ਬੀਬੀ ਜਗੀਰ ਕੌਰ ਨੂੰ ਅਹੁਦੇ ਤੋਂ ਵੱਖ ਕਰਦਿਆਂ ਟਿਕਟ ਦਿੱਤੀ ਗਈ ਔਰ ਮਾਝੇ 'ਚ ਬਿਕਰਮ ਸਿੰਘ ਮਜੀਠੀਆ ਦੀ ਅਨਾਉਂਸਮੈਂਟ ਹੋਈ ਆ ਤੇ ਇਹਦੇ ਨਾਲ ਨਾਲ ਉਹ ਆਪਣੇ ਕੈਂਡੀਡੇਟਸ ਤੇ ਫੋਕਸ ਕਰ ਰਿਹਾ। ਇਹ ਜਿਹੜੀ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਕਲੇਸ਼ ਆ ਉਹਦੇ ਦਰਮਿਆਨ 'ਚ ਅਕਾਲੀ ਦਲ ਵਿਚਲਾ ਰਾਖ ਤਿਆਰ ਕਰਦਾ ਨਜ਼ਰ ਆ ਰਿਹਾ। ਇਹਦਾ ਫਾਇਦਾ ਕਿਹਨੂੰ ਹੋਣ ਵਾਲਾ, ਇਹਦੇ ਤੇ ਵੀ ਚਰਚਾ ਕਰਾਂਗੇ। ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਜਾਣ ਤੋਂ ਪਹਿਲਾਂ ਇਹ ਕਹਿੰਦੇ ਆ ਵੀ ਗੱਲ ਤਾਂ ਅਸੀਂ ਹਰ ਤਰ੍ਹਾਂ ਦੀ ਕਰਨ ਨੂੰ ਤਿਆਰ ਆ, ਪਰ ਆਓ ਸ਼ਾਂਤੀ ਨਾਲ, ਮਰਿਆਦਾ ਚਾਓ। ਮਤਲਬ ਉਹਨਾਂ ਦੀਆਂ ਸ਼ਰਤਾਂ ਤੇ ਜਾਓਗੇ ਵੈਲਕਮ ਆ, ਨਹੀਂ ਤਾਂ ਬਾਹਰ ਦਾ ਰਸਤਾ ਵਿਖਾਇਆ ਜਾਊਗਾ। ਰਾਹੁਲ ਗਾਂਧੀ ਤਾਂ ਸਟੇਟਮੈਂਟ ਹੀ ਜਾਰੀ ਕਰਦੇ ਆ ਕਿ ਕੱਖ ਨਹੀਂ ਹੋਣਾ ਇੱਥੇ। ਤੇ ਮੈਂ ਇਹਦੇ 'ਚ ਇੱਕ ਅਹਿਮ ਸਵਾਲ ਛੱਡ ਕੇ ਤੁਹਾਡੇ ਵੱਲ ਆ ਜਾਵਾਂ ਕਿ ਕਿਸਾਨ ਮੋਰਚਾ ਜਿਹੜਾ ਪੰਜਾਬ ਨਾਲ ਜੁੜੇ ਆਗੂ ਆ ਉਹ ਵਾਪਸ ਆਉਣ ਵਾਲੇ ਆ। ਸਿਧਾਂਤਕ ਸਹਿਮਤੀ ਕੱਲ ਦੀ ਬਣ ਚੁੱਕੀ ਆ ਮੀਟਿੰਗ ਦੇ ਵਿੱਚ। ਇੱਕ ਅੱਧ ਨੂੰ ਛੱਡ ਕੇ ਬਹੁਤੀਆਂ ਸੁਰਾਂ ਇਸ ਹੱਕ 'ਚ ਸੀ ਕਿ ਹੁਣ ਜਸ਼ਨ ਹੋ ਜਾਣੇ ਚਾਹੀਦੇ ਆ, ਵਾਪਸ ਪਰਤ ਕੇ ਪੰਜਾਬ ਦੀ ਸਥਿਤੀ ਦੇਖਣੀ ਚਾਹੀਦੀ ਆ। ਬਾਕੀ ਸਾਰਾ ਕਮੇਟੀਆਂ ਦੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਆਉਂਦੇ ਰਹਿਣਗੇ, ਲੇਕਿਨ ਟਕੈਤ ਅਜੇ ਅੜੇ ਹੋਏ ਆ। ਟਕੈਤ ਨੂੰ ਕਿਵੇਂ ਸਾਂਝੀ ਮੀਟਿੰਗ 'ਚ ਮਨਾਇਆ ਜਾਊਗਾ, ਇਹ ਵੱਡਾ ਸਵਾਲ ਆ। ਤੇ ਜੇ ਉਹ ਨਹੀਂ ਮੰਨਦੇ ਤੇ ਪੰਜਾਬ ਵਾਲੇ ਛੱਡ ਕੇ ਕਿਵੇਂ ਆਉਣਗੇ, ਕਿਉਂਕਿ ਟਕੈਤ ਨੇ ਔਖੇ ਵੇਲੇ ਸਾਥ ਦਿੱਤਾ ਸੀ। ਹੁਣ ਮੈਂ ਵਾਪਸ ਪਰਤ ਕੇ ਸਿੱਧੂ ਵਾਲੇ ਮਾਮਲੇ 'ਚ ਆਵਾਂ ਕਿ ਸੀਐਮ ਦੇ ਰੈਜ਼ੀਡੈਂਸ ਤੇ ਹੋਈ ਬਲਾਕ ਪੱਧਰ ਦੇ ਮਾਲਵੇ ਦੇ ਲੋਕਾਂ ਦੀ ਮੀਟਿੰਗ, ਉਹਦੇ 'ਚ ਸਿੱਧੂ ਗੈਰ ਹਾਜ਼ਰ ਕਿਉਂ ਨੇ? ਉਹ ਮੀਟਿੰਗ ਕਿੰਨੇ ਬੁਲਾਈ ਸੀ, ਇਹ ਵੀ ਸਵਾਲ ਉੱਠੂਗਾ। ਕਿਉਂਕਿ ਜੇ ਸਿੱਧੂ ਪ੍ਰਧਾਨ ਨੇ ਤੇ ਪਾਰਟੀ ਦੇ ਪੁਰਾਣੇ ਜਾਂ ਨਵੇਂ ਅਹੁਦੇਦਾਰਾਂ ਦੀ ਮੀਟਿੰਗ ਤਾਂ ਉਹੀ ਬੁਲਾਉਣ ਦਾ ਹੱਕ ਰੱਖਦੇ ਆ। ਕੀ ਸਿੱਧੂ ਨਾਰਾਜ਼ ਨੇ ਜਾਂ ਪਾਰਟੀ ਨੇ ਸਮਝ ਲਿਆ ਵੀ ਨਹੀਂ ਕੰਮ ਕਰਨਾ ਨਾ ਕਰੋ, ਅਸੀਂ ਤਾਂ ਆਪਣਾ ਕੰਮ ਕਰਨਾ ਹੀ ਹੈ? ਸੋ ਹਾਈ ਕਮਾਂਡ ਸਿੱਧੇ ਆਪਣੇ ਇੰਚਾਰਜ ਰਾਹੀਂ ਸੀਐਮ ਚੰਨੀ ਨੂੰ ਫੇਸ ਬਣਾ ਕੇ ਅੱਗੇ ਵਧਣਾ ਚਾਹ ਰਹੀ ਹੈ। ਇਹਦੇ ਤੇ ਟਿੱਪਣੀ ਦਿਓ, ਫਿਰ ਅੱਗੇ ਤੁਰਦੇ ਆ। ਰੰਧਾਵਾ ਜੀ, ਤੁਸੀਂ ਇੱਕ ਗੱਲ ਦੇਖੋ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਸਰਕਾਰ ਨੂੰ ਵੱਖਰੇ ਵੱਖਰੇ ਮੁੱਦਿਆਂ ਤੇ ਘੇਰ ਰਹੇ ਆ, ਪਾਰਟੀ ਦੇ ਅੰਦਰ ਕਿਤੇ ਨਾ ਕਿਤੇ ਇੱਕ ਅਣਸੁਖਾਵਾਂ ਮਾਹੌਲ ਜ਼ਰੂਰ ਆ। ਪਾਰਟੀ ਨੂੰ ਲੱਗਦਾ ਕਿ ਜੇ ਸਾਡੀ ਇਕਜੁੱਟਤਾ ਲੋਕਾਂ ਦੇ ਵਿੱਚ ਨਹੀਂ ਜਾਂਦੀ, ਜਾਂ ਲੋਕਾਂ ਦੇ ਵਿੱਚ ਇਹ ਸੁਨੇਹਾ ਜਾਂਦਾ ਜਾਂ ਮੈਸੇਜ ਜਾਂਦਾ ਕਿ ਸਾਡੇ ਅੰਦਰ ਬਹੁਤ ਸਾਰੇ ਵਿਤਕਰੇ ਨੇ, ਡਿਫਰੈਂਸਿਸ ਨੇ, ਇਹਦਾ ਨੁਕਸਾਨ ਕਿਤੇ ਆਉਣ ਵਾਲੀਆਂ ਚੋਣਾਂ 'ਚ ਹੋ ਨਾ ਜਾਵੇ। ਕਿਉਂਕਿ ਇਸ ਟਾਈਮ ਪਾਰਟੀ ਦੀ ਸਥਿਤੀ ਇੰਨੀ ਮਾੜੀ ਨਹੀਂ ਆ 5 ਸਾਲਾਂ ਬਾਅਦ। ਹਾਲਾਂਕਿ ਕਾਰਗੁਜ਼ਾਰੀ ਬਹੁਤ ਮਾੜੀ ਆ, ਇਹਦੇ ਵਿੱਚ ਸਾਨੂੰ ਪਤਾ ਨਹੀਂ, ਕੰਮ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੋਇਆ, ਲੇਕਿਨ ਉਹ ਬਾਈ ਡਿਫਾਲਟ ਆ ਕਿਉਂਕਿ ਬਾਕੀ ਪਾਰਟੀਆਂ ਕਿਤੇ ਸਾਹਮਣੇ ਖੜੀਆਂ ਨਜ਼ਰ ਨਹੀਂ ਆ ਰਹੀਆਂ। ਲੇਕਿਨ ਉਸ ਪਾਸੇ, ਦੂਸਰੇ ਪਾਸੇ ਇਹ ਗੱਲ ਆ ਕਿ ਜਿਹੜਾ ਕਾਂਗਰਸ ਦਾ ਜਿਸ ਤਰ੍ਹਾਂ ਇੱਕ ਦੂਸਰੇ ਨੂੰ ਘੇਰਨਾ, ਜਿਵੇਂ ਨਵਜੋਤ ਸਿੰਘ ਸਿੱਧੂ ਦਾ, ਇਹਦੇ ਨਾਲ ਵੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਕੋਈ ਫਾਇਦਾ ਨਹੀਂ ਹੋ ਰਿਹਾ। ਤੇ ਹੁਣ ਗੱਲ ਆ ਗਈ ਇਸ ਬੈਠਕ ਦੀ। ਜਿਸ ਬੈਠਕ ਦੀ ਤੁਸੀਂ ਚਰਚਾ ਕਰਦੇ ਹੋ, ਚਰਨਜੀਤ ਸਿੰਘ ਚੰਨੀ ਹੋਣਾ ਦੇ ਘਰੇ ਬੈਠਕ ਬੁਲਾਈ ਜਾਂਦੀ ਆ। ਹਰੀਸ਼ ਚੌਧਰੀ ਜਿਹੜੇ ਪੰਜਾਬ ਦੇ ਮਾਮਲਿਆਂ ਦੇ AICC ਵੱਲੋਂ ਇੰਚਾਰਜ ਨੇ, ਉਹ ਉੱਥੇ ਮੌਜੂਦ ਨੇ। ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਪੰਜਾਬ ਦੇ, ਉਹ ਉੱਥੇ ਆ।
ਤੇ ਗੱਲ ਹੋ ਰਹੀ ਹੈ ਬਲਾਕ ਪ੍ਰਧਾਨਾਂ ਨਾਲ, ਬਲਾਕ ਦੇ ਜਿਹੜੇ ਇੰਚਾਰਜ ਆ ਉਹਨਾਂ ਨਾਲ, ਕਾਂਗਰਸ ਦੇ। ਤੇ ਜੇ ਮਾਲਵੇ ਦੇ ਬਲਾਕ ਦੇ ਇੰਚਾਰਜ ਉੱਥੇ ਬੁਲਾਏ ਗਏ ਨੇ ਤੇ ਉੱਥੇ ਨਵਜੋਤ ਸਿੰਘ ਸਿੱਧੂ ਜਿਹੜੇ ਪਾਰਟੀ ਦੇ ਪ੍ਰਧਾਨ ਆ, ਉਹਨਾਂ ਦਾ ਉੱਥੇ ਹਾਜ਼ਰ ਰਹਿਣਾ ਬਹੁਤ ਲਾਜ਼ਮੀ ਸੀ, ਲੇਕਿਨ ਉਹ ਉੱਥੇ ਗੈਰ ਹਾਜ਼ਰ ਹੁੰਦੇ ਆ, ਉਸ ਮੀਟਿੰਗ 'ਚ ਆਉਂਦੇ ਨਹੀਂ। ਤੇ ਪਤਾ ਇਹ ਵੀ ਲੱਗਿਆ ਕਿ ਉਹ ਪਟਿਆਲੇ ਸੀ। ਉਹ ਕਿਉਂ ਨਹੀਂ ਆਏ? ਜਦੋਂ ਤੁਸੀਂ ਜਿਹੜੇ ਆਪਣੀ ਪਾਰਟੀ ਦੇ ਢਾਂਚੇ ਦੀ ਗੱਲ ਕਰ ਰਹੇ ਹੋ, ਸੰਗਠਨ ਦੀ ਗੱਲ ਕਰ ਰਹੇ ਹੋ, ਤੇ ਜਿੱਥੇ ਪਾਰਟੀ ਪ੍ਰਧਾਨ ਨਹੀਂ ਆਉਂਦੇ, ਉੱਥੋਂ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਤੁਸੀਂ ਸੰਜੀਦਾ ਨਹੀਂ ਹੋ ਜਾਂ ਨਾਰਾਜ਼ ਹੋ, ਤੁਹਾਡੇ ਜੀ ਵਿਤਕਰੇ ਉੱਥੇ ਬਰਕਰਾਰ ਨੇ। ਇਹਦੇ ਨਾਲ ਮੈਂ ਇੱਕ ਹੋਰ ਵੀ ਗੱਲ ਜੋੜਦਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਲਗਭਗ 2 ਹਫ਼ਤੇ ਪਹਿਲਾਂ, 12-14 ਦਿਨ ਹੋ ਗਿਆ, ਇੱਕ ਸੂਚੀ ਦਿੱਤੀ ਸੀ। ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਟੇਟ ਲੈਵਲ ਦਾ ਇੱਕ ਮਾਡਲ ਆ, ਉਹੀ ਮਾਡਲ ਉਹਨਾਂ ਨੇ ਜ਼ਿਲ੍ਹਿਆਂ 'ਚ ਵੀ ਉਹ ਲਾਗੂ ਕਰਨ ਦੀ ਗੱਲ ਕਹੀ ਆ। ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਜਿਵੇਂ ਇੱਕ ਪ੍ਰਧਾਨ ਹੋਵੇ ਤੇ 2 ਕਾਰਜਕਾਰੀ ਪ੍ਰਧਾਨ ਹੋਣ, ਵਰਕਿੰਗ ਪ੍ਰੈਜ਼ੀਡੈਂਟਸ, ਜਿਹੜਾ ਫਾਰਮੂਲਾ ਇਸ ਟਾਈਮ ਸਟੇਟ ਤੇ ਲਾਗੂ ਆ। ਜੀ ਲੇਕਿਨ ਉਹ ਸੂਚੀ ਹਜੇ ਤੱਕ ਕਲੀਅਰ ਨਹੀਂ ਹੋਈ, ਹਜੇ ਤੱਕ ਉਹਨੂੰ ਪ੍ਰਵਾਨਗੀ ਨਹੀਂ ਮਿਲੀ, ਇਹ ਵੀ ਗੱਲ ਸਾਨੂੰ ਪਤਾ। ਕਿਤੇ ਨਾ ਕਿਤੇ ਨਾਰਾਜ਼ਗੀ। ਤੇ ਦੂਸਰੀ ਗੱਲ ਮੈਂ ਨਾਲ ਦੀ ਨਾਲ ਇਹ ਵੀ ਕਰਦਾ ਕਿ ਕਈ ਇਹਨਾਂ ਦੀ ਸੀਨੀਅਰ ਆਗੂਆਂ ਨਾਲ, ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਬੈਠਕਾਂ ਹੋਈਆਂ ਨਵਜੋਤ ਸਿੰਘ ਸਿੱਧੂ ਦੀਆਂ, ਉਹਨਾਂ ਨੇ ਇਹਨਾਂ ਨੂੰ ਸੁਝਾਅ ਦਿੱਤੇ। ਸੁਝਾਅ ਸੁਣਨ ਤੋਂ ਬਾਅਦ ਵੀ ਇਹਨਾਂ ਨੇ ਉਹਨਾਂ ਦੇ ਸੁਝਾਅ ਪੂਰੀ ਤਰ੍ਹਾਂ ਮੰਨੇ ਨਹੀਂ ਤੇ ਕਿਹਾ ਕਿ ਮੈਂ ਤਾਂ ਮੈਰਿਟ ਦੇ ਹਿਸਾਬ ਦੇ ਨਾਲ ਹੀ ਜਿਹੜੀ ਆਪਣੀ ਸੂਚੀ ਬਣਾਉਂਗਾ। ਇਸ ਨਾਲ ਕੁਝ ਸੀਨੀਅਰ ਆਗੂ ਆ ਉਹ ਨਾਰਾਜ਼ ਵੀ ਆ। ਖਾਸ ਤੌਰ ਤੇ ਜੇ ਅਸੀਂ ਜ਼ਿਕਰ ਕਰੀਏ ਸੁਨੀਲ ਜਾਖੜ, ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਹੈ। ਔਰ ਦੇਖੋ, ਸੁਨੀਲ ਜਾਖੜ ਹੁਣੀ ਪਹਿਲਾਂ ਹੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ, ਔਰ ਇਸ ਟਾਈਮ ਕੋਈ ਵੀ ਚਿੰਗਾਰੀ, ਕਿਸੇ ਤਰ੍ਹਾਂ ਦੀ ਵੀ ਪ੍ਰੋਵੋਕੇਸ਼ਨ ਹੋ ਸਕਦਾ, ਉਹਨਾਂ ਨੂੰ ਪਾਰਟੀ ਤੋਂ ਦੂਰ ਲੈ ਕੇ ਜਾ ਸਕਦੀ ਆ। ਸੋ ਬੜੇ ਨਾਜ਼ੁਕ ਮਸਲੇ ਨੇ। ਇਹੋ ਜਿਹੇ ਹਾਲਾਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਪਾਰਟੀ ਦੇ ਸੰਗਠਨ ਨੂੰ ਅੱਗੇ ਨਾ ਲੈ ਕੇ ਜਾ ਸਕਣਾ, ਜਾਂ ਪਾਰਟੀ ਦੇ ਸੰਗਠਨ ਨੂੰ ਸਾਰਿਆਂ ਨੂੰ ਇੱਕੋ ਪੇਜ ਤੇ ਜਾਂ ਇੱਕ ਆਮ ਸਹਿਮਤੀ ਬਣਾ ਕੇ ਨਾ ਚੱਲਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ, ਕਿਉਂਕਿ ਦੂਸਰਿਆਂ ਤੇ ਹਮਲੇ ਕਰਨੇ ਬਹੁਤ ਜਿਹੜੇ ਆ ਸੌਖੇ ਹੁੰਦੇ ਆ, ਸਰਕਾਰ ਨੂੰ ਘੇਰਿਆ ਜਾ ਸਕਦਾ। ਤੇ ਜਦੋਂ ਤੁਸੀਂ ਆਪਣੇ ਸੰਗਠਨ ਦੀ ਗੱਲ ਕਰੋਗੇ, ਤੇ ਜੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਸੰਗਠਿਤ ਕਰ ਸਕਦੇ, ਚੰਗੀ ਤਰ੍ਹਾਂ ਸਾਰਿਆਂ ਨੂੰ ਇੱਕ ਪੇਜ ਤੇ ਜਾਂ ਸਾਰੀ ਆਮ ਸਹਿਮਤੀ ਨਹੀਂ ਬਣਾ ਸਕਦੇ, ਤੇ ਫਿਰ ਤੁਹਾਡੀ ਨਾਕਾਮਯਾਬੀ ਆ, ਤੁਹਾਡੀ ਅਸਫਲਤਾ। ਜੀ ਰੰਧਾਵਾ ਜੀ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਬੀਤੇ ਸਮੇਂ ਦੇ ਵਿੱਚ ਕੁਝ ਐਮਐਲਏਜ਼ ਨਾਲ ਮੇਰੀ ਗੱਲ ਹੋਈ, ਜਿਨ੍ਹਾਂ ਨੇ ਸਿੱਧੂ ਨਾਲ ਜਦੋਂ ਮੀਟਿੰਗ ਕੀਤੀ, ਤਾਂ ਕਿਉਂਕਿ ਸਿੱਧੂ ਜ਼ੁਬਾਨ ਦੇ ਤੁਹਾਨੂੰ ਪਤਾ ਹੈ ਬੜਬੋਲੇ ਸ਼ਬਦ ਪੰਜਾਬੀ 'ਚ ਵਰਤਿਆ ਜਾਂਦਾ, ਮੂੰਹ ਤੇ ਗੱਲ ਕਹਿੰਦੇ ਆ, ਲੁਕਾ ਕੇ ਕੱਖ ਨਹੀਂ ਰੱਖਦੇ। ਉਹਨਾਂ ਮੀਟਿੰਗਸ ਦੇ ਵਿੱਚ ਸਿੱਧੂ ਨੇ ਕਈ ਐਮਐਲਏਜ਼ ਨੂੰ ਇਹ ਸਾਫ਼ ਕਹਿਤਾ ਕਿ ਸਰਵੇ ਤੁਹਾਡੇ ਹੱਕ 'ਚ ਨਹੀਂ ਬਈ, ਤੁਹਾਡੀ ਟਿਕਟ ਸਾਨੂੰ ਸੋਚਣੀ ਪਊ, ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਿ ਟਿਕਟਾਂ ਬਦਲਣ ਦੀ ਗੱਲ, ਮੂੰਹ ਤੇ ਕਰਨ ਵਾਲੀ ਗੱਲ, ਉਹਦੇ ਨਾਲ ਕਈ ਐਮਐਲਏ ਸਿੱਧੇ ਸਿੱਧੂ ਨਾਲ ਨਾਰਾਜ਼ ਹੋਏ। ਔਰ ਵੱਖਰੀ ਗੱਲ ਆ ਜਦੋਂ ਪਾਰਟੀ ਪੱਧਰ ਤੇ ਕੋਈ ਕਮੇਟੀ ਬਣਦੀ ਆ ਟਿਕਟਾਂ ਦੇਣ ਵਾਲੀ ਜਾਂ ਕੋਈ ਸਿਫਾਰਸ਼ਾਂ ਕਰਨ ਵਾਲੀ, ਉਹਦੇ ਵਿੱਚ ਤਾਂ ਹੋਵੇ ਗੱਲਾਂ ਵੱਖਰੀਆਂ, ਪਾਰਟੀ ਪ੍ਰਧਾਨ ਵੱਲੋਂ ਇਹੋ ਜਿਹੀਆਂ ਗੱਲਾਂ ਕਈਆਂ ਨੂੰ ਚੁਭੀਆਂ। ਹੁਣ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਜਿਹੜੀ ਕਾਂਗਰਸ ਨੂੰ ਬੈਨੀਫਿਟ ਹੋਣ ਵਾਲਾ ਸੀ, ਉਹ ਇਹਨਾਂ ਦੀ ਲੜਾਈ 'ਚ ਪਹਿਲਾਂ ਤਾਂ ਬੈਨੀਫਿਟ ਵਧਿਆ, ਇੰਜ ਲੱਗਿਆ ਕਾਂਗਰਸ ਦੀ ਇਹ ਟੀਮ ਮੁੱਦਿਆਂ ਤੇ ਲੜ ਰਹੀ ਆ, ਲੇਕਿਨ ਹੁਣ ਉਹੀ ਪਪੂਲਰ ਤਰ੍ਹਾਂ ਦੇ ਵਾਅਦੇ, ਉਹੀ ਪਪੂਲਰ ਫੈਸਲੇ, ਉਹੀ ਉਹਨਾਂ ਦਾ ਲਾਗੂ ਨਾ ਹੋਣਾ, ਉਹਨਾਂ ਦਾ ਅਦਵਾਟੇ ਲਟਕਿਆ ਰਹਿਣਾ। ਹੁਣ ਜੇ ਅਫਸਰਸ਼ਾਹੀ ਦੇ ਅੰਦਰ ਝਾਕ ਕੇ ਦੇਖਦੇ ਹੋ ਤੁਸੀਂ, ਤੇ ਮਨਪ੍ਰੀਤ ਜੀ, ਜਿਹੜੇ ਅਨਾਉਂਸਮੈਂਟਸ ਹੋਈਆਂ ਉਹਨਾਂ ਲਈ ਬਹੁਤ ਸਾਰਾ ਪੈਸਾ ਦਰਕਾਰ ਆ। ਪਿੱਛੇ ਜਿਹੜੀਆਂ ਕੋਈ 78 ਦੇ ਕਰੀਬ ਅਨਾਉਂਸਮੈਂਟਸ ਦੀ ਇੱਕ ਲਿਸਟ ਸੀ, ਔਰ ਉਹਦੇ ਸਹੀ ਅੰਕੜੇ ਜਿਹੜੇ ਉਹ ਲਗਭਗ 20,000 ਕਰੋੜ ਤੋਂ ਵੱਧ ਪੈਸੇ ਦੀ ਪ੍ਰਾਵਧਾਨ ਮੰਗਦੇ ਸੀ, ਵੀ ਇੰਨੀ ਕੁ ਐਲੋਕੇਸ਼ਨ ਹੋਣੀ ਚਾਹੀਦੀ ਆ ਫੰਡਸ ਦੀ, ਫਿਰ ਤੁਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਸਕਦੇ ਹੋ। ਉਹ ਅੱਗਾ ਦੌੜ ਪਿੱਛਾ ਚੌੜ ਦੀ ਕਹਾਵਤ ਤੇ ਇਹ ਤੁਰਦੇ ਰਹੇ, ਤੇ ਹੁਣ ਇਹਨਾਂ ਦੇ ਜਿਹੜੇ ਆਪਸੀ ਮਤਭੇਦ ਆ ਉਹ ਜ਼ਿਆਦਾ ਉਛਲ ਗਿਆ। ਇਹ ਮਤਭੇਦ ਇੰਜ ਵੀ ਲੱਗਣ ਲੱਗ ਗਿਆ ਕਿ ਇੱਕ ਬਿਆਨ 'ਚ ਇੱਕ ਤੋਂ ਵੱਧ ਤਲਵਾਰਾਂ ਦਾ ਰਹਿਣਾ ਸੰਭਵ ਨਹੀਂ, ਬਹਾਨੇ ਲੱਭੇ ਜਾ ਰਹੇ ਆ, ਮੌਕੇ ਦੀ ਉਡੀਕ ਕੀਤੀ ਜਾ ਰਹੀ ਆ, ਕੌਣ ਕਦੋਂ ਕਿੱਥੇ ਛਾਲ ਮਾਰਦਾ, ਇਹ ਬੜਾ ਅਹਿਮ ਸਵਾਲ ਆ। ਇਸੇ ਦੌਰਾਨ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਇੱਕ ਲੜਾਈ ਸਿੱਧੂ ਔਰ ਪ੍ਰਗਟ ਸਿੰਘ ਛੇੜ ਕੇ ਬੈਠਿਆ। ਹੁਣ ਸਿੱਧੂ ਔਰ ਪ੍ਰਗਟ ਸਿੰਘ ਜਿਹੜੀ ਗੱਲ ਕਹਿ ਰਹੇ ਆ, ਉਹ ਜਸਟ ਜਿਵੇਂ ਫਰੈਂਡਲੀ ਜਿਹਾ ਮੈਚ ਹੁੰਦਾ ਹੈ। ਉਹਨਾਂ ਨੇ ਕੁਝ ਸਕੂਲਾਂ ਦੀ ਲਿਸਟ ਦੇਤੀ ਆ, ਇਹਨਾਂ ਨੇ ਕਹਿੰਦੇ ਜੀ ਅਸੀਂ ਇਹ ਸਭ ਝੂਠੇ ਨੇ ਜੀ, ਇਹ ਫੇਕ ਹੈ। ਹੁਣ ਕੇਜਰੀਵਾਲ ਵੀ ਗੇਮ ਬਹੁਤ ਛੋਟੇ ਪੱਧਰ ਦੀ ਖੇਡ ਰਿਹਾ, ਲੇਕਿਨ ਇਸ ਸਾਰੇ ਦਰਮਿਆਨ ਦੇ ਵਿੱਚ ਮੈਂ ਇੱਥੇ ਟਿੱਪਣੀ ਲੈਂਦਿਆਂ ਨਾਲ ਤੁਹਾਡੇ ਤੋਂ ਇਹ ਵੀ ਜਾਣਨਾ ਹੈ ਕਿ ਚੁੱਪ ਚਪੀਤੇ ਜਿਹੜੇ ਲੋਕ ਹਾਸ਼ੀਏ ਤੇ ਜਾਂਦੇ ਪਏ ਸੀ, ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਐਲੀਗੇਸ਼ਨਸ ਵਿਰੋਧੀਆਂ ਨੇ ਲਾਏ ਸੀ, ਸ਼੍ਰੋਮਣੀ ਅਕਾਲੀ ਦਲ ਵਾਲੇ,
ਉਹ ਆਪਣਾ ਕੰਮ ਕਰੀ ਜਾ ਰਹੇ। ਲਗਭਗ ਸਾਰੀਆਂ ਹੀ ਸੀਟਾਂ ਤੋਂ ਕੈਂਡੀਡੇਟ ਉਤਾਰਤੇ ਆ, ਕੁਝ ਇੱਕ ਰਹਿ ਗਈਆਂ। ਔਰ ਕੈਂਡੀਡੇਟਸ ਦੇ ਨਜ਼ਰੀਏ ਤੋਂ ਔਨ ਗਰਾਊਂਡ ਉਹਨਾਂ ਦੀ ਸਥਿਤੀ ਚੰਗੀ ਲੱਗਦੀ ਹੈ। ਹਵਾ ਦਾ ਰੁਖ ਕੋਈ ਨਹੀਂ। ਅਕਾਲੀ ਦਲ ਨੂੰ ਅੱਜ ਵੀ ਸਾਰੇ ਸੰਕਟਾਂ ਦਾ ਸਾਹਮਣਾ, ਪਰ ਮੰਨ ਲਓ ਹੁਣ ਤੁਸੀਂ ਚੰਦੂ ਮਾਜਰਾ ਨੂੰ ਦੇਖਦੇ ਹੋ ਤਾਂ ਚੰਦੂ ਮਾਜਰਾ ਇੱਕ ਐਸਾ ਉਮੀਦਵਾਰ ਦਿੱਤਾ ਹੈ ਜਿਹਨੂੰ ਹਰਾਉਣਾ ਔਖਾ ਹੈ, ਉੱਥੋਂ ਸੀਟ ਨਿਕਲਦੀ ਆ ਅੱਜ ਦੇ ਦਿਨ ਚ। ਕੱਲ ਕੀ ਹੁੰਦਾ ਪਤਾ ਨਹੀਂ। ਰੱਖੜਾ ਵੀ ਉੱਥੋਂ ਪਟਿਆਲੇ ਦੇ ਵਿੱਚ, ਜਿੱਥੇ ਬਿਲਕੁਲ ਹੀ ਹੁੰਜਾ ਫਿਰਨ ਵਾਲੀ ਸਥਿਤੀ ਸੀ, ਭਾਵੇਂ ਰਾਜਪੁਰੇ ਵਰਗਾ ਇੱਕ ਗਲਤ ਫੈਸਲਾ ਵੀ ਹੋਇਆ, ਲੇਕਿਨ ਕੁਝ ਲੋਕ ਵੱਡੇ ਜਿਹੜੇ ਸੀਟਾਂ ਕੱਢਦੇ। ਹੁਣ ਇਸੇ ਤਰ੍ਹਾਂ ਜੇ ਅੱਗੇ ਵਧਦਿਆਂ ਦੇਖੋ, ਬੀਬੀ ਜਗੀਰ ਕੌਰ ਦੀ ਨਾਰਾਜ਼ਗੀ ਸੁਭਾਵਕ ਸੀ, ਲੇਕਿਨ ਉਹਨਾਂ ਨੂੰ ਨਾਲ ਹੀ ਟਿਕਟ ਦੀ ਅਨਾਉਂਸਮੈਂਟ ਕੀਤੀ ਹੈ ਐ ਕਿ ਅਸੀਂ ਇਹਨਾਂ ਨੂੰ ਵੱਡੇ ਅਹੁਦੇ ਲਈ ਲਿਆ ਰਹੇ ਹਾਂ ਜੀ, ਇਹਨਾਂ ਨੂੰ ਵਜ਼ੀਰ ਬਣਾਉਣਾ ਜੀ। ਸੋ ਇਹ ਸਾਰੀਆਂ ਚੀਜ਼ਾਂ ਇਵੇਂ ਵਰਕ ਕਰ ਰਹੀਆਂ ਕਿ ਦੂਜਿਆਂ ਦੀ ਨਾਕਾਮੀ ਚੋਂ ਅਕਾਲੀ ਦਲ ਆਪਣੇ ਪੈਂਤੜੇ ਤੇ ਪੱਤੇ ਸਾਫ਼ ਕਰਦਾ ਜਾ ਰਿਹਾ। ਮੈਨੂੰ ਇੱਥੇ ਤੁਹਾਡੀ ਟਿੱਪਣੀ ਚਾਹੀਦੀ, ਫਿਰ ਅੱਗੇ ਵਧਦੇ। ਤੁਸੀਂ ਇਹ ਸਾਰੀ ਗੱਲ ਕੀਤੀ ਹੈ। ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੀ ਜੋ ਅਰਵਿੰਦ ਕੇਜਰੀਵਾਲ ਹੋਣਾ ਨਾਲ ਲਗਾਤਾਰ ਉਹ ਟਵੀਟਸ ਰਾਹੀਂ ਲੜਾਈ ਹੋਵੇ, ਉਹ ਜਾਰੀ ਹੈ। ਮਨੀਸ਼ ਸਿਸੋਦੀਆ ਜਿਹੜੇ ਉੱਥੋਂ ਦੇ ਉਪ ਮੁੱਖ ਮੰਤਰੀ ਆ, ਉਹਨਾਂ ਨਾਲ ਲੜਾਈ ਉਹ ਟਵੀਟਸ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਰੀ ਹੈ। ਦੇਖੋ, ਕੱਲ ਨਵਜੋਤ ਸਿੰਘ ਸਿੱਧੂ ਨੇ, ਪਹਿਲਾਂ ਪ੍ਰਗਟ ਸਿੰਘ ਨੇ, ਫਿਰ ਜਵਾਬ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਹੋਣਾ ਦਾ ਗੱਲ ਕੀਤੀ ਵੀ ਤੁਸੀਂ ਬੜੇ ਚਹੇਤੇ ਬਣਦੇ ਹੋ, ਤੁਸੀਂ ਬੜਾ ਕਹਿੰਦੇ ਹੋ ਖੈਰਗਵਾਹ ਬਣਦੇ ਹੋ ਔਰਤਾਂ ਦੇ, ਤੁਸੀਂ ਆਪਣੀ ਕੈਬਨਿਟ ਦੇ ਵਿੱਚ ਕੋਈ ਵੀ ਤੁਹਾਡੀ ਔਰਤ ਮੰਤਰੀ ਨਹੀਂ ਹੈ, ਤੇ ਤੁਸੀਂ ਵੀ ਸਾਨੂੰ ਇਹ ਦੱਸੋ। ਉਹ ਕਹਿੰਦੇ ਵੀ ਤੁਸੀਂ ਟੀਚਰਾਂ ਦੀਆਂ ਬੜੀਆਂ ਗੱਲਾਂ ਕਰਦੇ ਹੋ, ਸਾਨੂੰ ਇਹ ਦੱਸੋ ਵੀ ਤੁਸੀਂ 8 ਲੱਖ ਨੌਕਰੀਆਂ ਦੇਣੀਆਂ ਸੀ, 20 ਨਵੇਂ ਕਾਲਜ ਖੋਲਣੇ ਸੀ, ਉਹਨਾਂ ਦਾ ਕੀ ਬਣਿਆ ਤੁਹਾਡੇ ਆਪਣੇ ਮੈਨੀਫੈਸਟੋ 'ਚ ਆ। ਤੇ ਫਿਰ ਨਵਜੋਤ ਸਿੰਘ ਸਿੱਧੂ ਇੱਕ ਹੋਰ ਆંકੜਾ ਦਿੰਦੇ ਨੇ। ਉਹ ਕਹਿੰਦੇ ਸਨ 2015 'ਚ ਤੁਹਾਡੇ ਤੋਂ 12,000 ਤੋਂ ਵੱਧ ਅਸਾਮੀਆਂ ਖਾਲੀ ਸੀ, ਤੇ ਸਨ 2021 'ਚੋਂ ਵੱਧ ਕੇ 19,000 ਤੋਂ ਵੱਧ ਹੋ ਗਈਆਂ। ਤੇ ਇਹਦੇ ਨਾਲ ਸਾਨੂੰ ਇਹ ਦੱਸੋ ਕਿ ਤੁਸੀਂ ਸਾਰਾ ਕੰਮ ਆਪਣਾ, ਜਿਹੜੇ ਗੈਸਟ ਲੈਕਚਰਰਸ ਆ, ਟੀਚਰਸ, ਉਹਨਾਂ ਨੂੰ ਬੁਲਾ ਕੇ ਚਲਾ ਰਹੇ ਹੋ, ਤੁਸੀਂ ਅਸਾਮੀਆਂ ਕਿਉਂ ਨਹੀਂ ਭਰੀਆਂ? ਇਹ ਵੀ ਸਾਨੂੰ ਦੱਸੋ। ਤੇ ਜਿਹੜਾ ਪ੍ਰਗਟ ਸਿੰਘ ਨੂੰ ਜਵਾਬ ਮਨੀਸ਼ ਸਿਸੋਦੀਆ ਦਿੰਦੇ ਆ, 250 ਸਕੂਲ ਜਿਹੜੇ ਉਹਨਾਂ ਨੇ ਸੂਚੀ ਭੇਜੀ ਆ, ਉਹ ਕਹਿੰਦੇ ਇਹ 'ਚ ਸਾਨੂੰ ਇਹ ਦੱਸੋ ਕਿ ਕਿੰਨੇ ਦਾਖਲੇ ਹੋਏ ਆ, ਕਿੰਨੇ ਪ੍ਰਿੰਸੀਪਲ ਆ, ਕਿੰਨੇ ਟੀਚਰ, ਤੁਸੀਂ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ। ਕਿ ਮੈਂ ਤਾਂ ਤੁਹਾਡੇ ਤੋਂ ਕਹਿਣ ਦਾ ਮਤਲਬ ਹੈ ਇੱਕ ਦੂਸਰੇ ਨੂੰ ਇਹਨਾਂ ਗੱਲਾਂ ਦੇ ਵਿੱਚ ਉਲਝਾਇਆ ਜਾ ਰਿਹਾ, ਕਿਤੇ ਨਾ ਕਿਤੇ ਵੱਡਾ ਮੁੱਦਾ ਕਿਤੇ ਗਾਇਬ ਆ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਅਰਵਿੰਦ ਕੇਜਰੀਵਾਲ ਜਦੋਂ ਕਹਿੰਦੇ ਆ ਕਿ ਅਸੀਂ ਔਰਤਾਂ ਦੇ ਬੜੇ, ਤੇ ਉਦੋਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਸੀ ਮਧੂ ਭਾਦੜੀ ਹੁਣਾਂ ਦੀ। ਉਹ ਵੈਸੇ ਐਂਬੈਸਡਰ ਰਹੇ ਆ ਪੁਰਤਗਾਲ ਦੇ, ਕਾਫੀ ਫਾਊਂਡਰ ਮੈਂਬਰ ਆ। ਉਹਨਾਂ ਨੇ ਵੀ ਕਿਹਾ ਸੀ ਕਿ ਇਸ ਪਾਰਟੀ ਦੇ ਵਿੱਚ ਔਰਤਾਂ ਨੂੰ ਉਹ ਸਨਮਾਨ ਨਹੀਂ ਮਿਲਦਾ। ਉਸ ਤੋਂ ਬਾਅਦ ਅੰਜਲੀ ਦਮਾਨੀਆ ਮਹਾਰਾਸ਼ਟਰ ਤੇ, ਇਹਨਾਂ ਨੇ ਵੀ ਇਹ ਗੱਲ ਕਹੀ ਸੀ, ਉਹ ਵੀ ਵੱਖਰੇ ਹੋ ਗਏ ਤਮਾਮ ਤਰ੍ਹਾਂ। ਔਰ ਰੀਸੈਂਟ ਐਗਜ਼ਾਮਪਲ ਪੰਜਾਬ ਦੀ ਲੈ ਲਓ, ਰੁਪਿੰਦਰ ਕੌਰ ਰੂਬੀ, ਕੀ ਕੁਝ ਉਹਨਾਂ ਨੇ ਆ ਕੇ ਜਦੋਂ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਜੁਆਇਨ ਕੀਤਾ, ਉਹਨਾਂ ਨੇ ਕਿਹਾ ਕਿ ਇੱਥੇ ਔਰਤਾਂ ਦਾ ਸਨਮਾਨ ਨਹੀਂ। ਸੋ ਕਹਿਣ ਦਾ ਮਤਲਬ, ਆਪਣੇ ਆਪਣੇ ਦਾਅਵੇ ਕਰਨੇ ਤਾਂ ਬਹੁਤ ਤੁਸੀਂ ਕਰ ਸਕਦੇ ਹੋ ਜਿੱਥੇ ਜਾ ਕੇ, ਲੇਕਿਨ ਉਹਨਾਂ ਤੇ ਪੁਖਤਾ ਉਤਰਨਾ ਉਹ ਬੜਾ ਔਖਾ ਹੋ ਜਾਂਦਾ। ਲੋਕੀ ਫਿਰ ਤੁਹਾਨੂੰ ਸਵਾਲ ਕਰਦੇ ਆ। ਅੱਗੇ ਆ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ, ਚਲੋ ਇਹ ਲੜਾਈ ਤਾਂ ਜਾਰੀ ਰਹਿਣੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਇਹ ਲੜਾਈਆਂ ਕਾਂਗਰਸ ਆਪਸ ਦੇ ਵਿੱਚ ਉਲਝੀ ਹੋਈ ਆ, ਆਪਣੇ ਸੰਗਠਨ ਨੂੰ ਲੈ ਕੇ, ਆਪਣੇ ਸੀਨੀਅਰ ਲੀਡਰਾਂ ਦੀ ਨਾਰਾਜ਼ਗੀ ਨੂੰ ਲੈ ਕੇ, ਤੇ ਸ਼੍ਰੋਮਣੀ ਅਕਾਲੀ ਦਲ ਚੁੱਪਚਾਪ ਆਪਣੀ ਲੀਹ ਤੇ ਤੁਰਦਾ ਹੋਇਆ, ਬਹੁਤ ਤਰ੍ਹਾਂ ਦੀਆਂ ਨਾਰਾਜ਼ਗੀਆਂ, ਕਿਸਾਨਾਂ ਦੀਆਂ ਨਾਰਾਜ਼ਗੀਆਂ ਤੋਂ ਲੈ ਕੇ, ਪੰਥ ਦੀਆਂ ਨਾਰਾਜ਼ਗੀਆਂ ਤੋਂ ਲੈ ਕੇ, ਬਹੁਤ ਸਾਰੀਆਂ ਉਹਨਾਂ ਨੂੰ ਕਈ ਤਰ੍ਹਾਂ ਦੇ ਦੋਸ਼ ਉਹਨਾਂ ਤੇ ਲੱਗ ਗਿਆ। ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਫਿਰ ਵੀ ਉਹ ਆਪਣਾ ਰਾਹ ਜਿਹੜਾ ਉਹ ਹੌਲੀ ਹੌਲੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਅਖਤਿਆਰ ਕਰੇ ਤੇ ਅੱਗੇ ਵਧੇ। ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਔਰ ਜਿਸ ਤਰ੍ਹਾਂ ਤੁਸੀਂ ਸੀਟਾਂ ਦਾ ਜ਼ਿਕਰ ਕੀਤਾ, 3 ਸੀਟਾਂ ਦਾ ਤੁਸੀਂ ਕਹਿ ਦਿੱਤਾ ਕਿ ਸੁਰਜੀਤ ਸਿੰਘ ਰਖੜਾ ਹੋਏ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਨਾਂ ਲਿੱਤਾ, ਇਹ ਇੱਕ ਜੇਤੂ ਵਜੋਂ ਕੈਂਡੀਡੇਟਸ ਵਜੋਂ ਜਾਣੇ ਜਾਂਦੇ ਆ। ਲੇਕਿਨ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਚਰਨਜੀਤ ਸਿੰਘ ਬਰਾੜ ਆ, ਸ਼ਾਇਦ ਉਹ ਉਹਨੇ ਸਟਰੋਂਗ ਕੈਂਡੀਡੇਟ ਨਹੀਂ ਆ। ਦੂਸਰੇ ਪਾਸੇ ਜਦੋਂ ਆਪਾਂ ਕੱਲ ਦੀਆਂ ਸੀਟਾਂ ਦੀ ਗੱਲ ਕਰੀਏ, ਤੇ ਬੀਬੀ ਜਗੀਰ ਕੌਰ ਭੁਲੱਥ ਤੋਂ, ਭੁਲੱਥ ਉਹਨਾਂ ਦਾ ਗਾੜਾ, ਰੰਧਾਵਾ ਜੀ ਤੁਹਾਨੂੰ ਤਾਂ ਇਸ ਦਾ ਪਤਾ ਹੀ ਹੋਣਾ, ਬੇਗੋਵਾਲ ਜਿੱਥੇ ਇੱਕ ਡੇਰਾ ਵੀ ਆ ਸੰਤ ਪ੍ਰੇਮ ਸਿੰਘ ਦਾ, ਜਿੱਥੋਂ ਉਹ ਆਪਣੀ ਤਾਕਤ ਡਰਾ ਕਰਦੇ ਨੇ, ਜਿੱਥੋਂ ਉਹਨਾਂ ਨੂੰ ਬਹੁਤ ਸਾਰੀ ਤਾਕਤ ਮਿਲਦੀ ਹੈ। ਵੈਸੇ ਮੈਂ ਸਾਰੇ ਆਪਣਾ ਜਿਹੜੇ ਸੁਣਨ ਵਾਲੇ ਦਰਸ਼ਕ ਉਹਨਾਂ ਨੂੰ ਦੱਸ ਵੀ ਦੇਵਾਂ ਕਿ ਬੀਬੀ ਜਗੀਰ ਕੌਰ ਉਹ ਕਿਸੇ ਟਾਈਮ ਮੈਥਮੈਟਿਕਸ ਦੇ ਟੀਚਰ ਵੀ ਰਹੇ ਆ। ਖੈਰ, ਇਹ ਗੱਲਾਂ ਆਪਣੇ ਆਪ ਚ ਪੜਾਉਂਦੇ ਰਹੇ। ਬਾਅਦ ਦੇ ਵਿੱਚ ਉਹਨਾਂ ਨੇ ਸੱਤਾ ਦੇ ਵਿੱਚ ਆਉਂਦੇ ਤੇ SGPC ਦੇ ਜਿਸ ਤਰ੍ਹਾਂ ਪ੍ਰਧਾਨ ਬਣਦੇ ਨੇ, ਨਾਲ ਦੀ ਨਾਲ ਬਿਕਰਮ ਸਿੰਘ ਮਜੀਠੀਆ ਦੀ ਸੀਟ ਦਾ ਵੀ ਐਲਾਨ ਕਰ ਦਿੱਤਾ ਗਿਆ। ਤੇ ਤੁਹਾਨੂੰ ਪਤਾ ਹੈ ਅਕਸਰ ਉਹਨਾਂ ਨੂੰ ਮਾਝੇ ਦੇ ਜਰਨੈਲ ਵਜੋਂ ਵੀ ਜਾਣਿਆ ਜਾਂਦਾ, ਤੇ ਆਪਣੇ ਇਲਾਕੇ ਦੇ ਵਿੱਚ ਉਹ ਕਾਫੀ ਸਟਰੋਂਗ ਨਜ਼ਰ ਆਉਂਦੇ ਆ। ਨੋ ਡਾਊਟ ਕੁਝ ਸੀਟਾਂ ਦੇ ਸ਼੍ਰੋਮਣੀ ਅਕਾਲੀ ਦਲ ਸਟਰੋਂਗ ਨਜ਼ਰ ਆਉਂਦਾ, ਲੇਕਿਨ ਪਤਾ ਉਦੋਂ ਹੀ ਲੱਗੂਗਾ ਜਦੋਂ ਚੋਣਾਂ ਹੋਣਗੀਆਂ। ਲੇਕਿਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਇਹਨਾਂ ਨੂੰ, ਸਾਰੇ ਤਿੰਨਾਂ ਪਾਰਟੀਆਂ ਨੂੰ
ਆਪਣੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੱਤੇ ਬੜੇ ਜਿਹੜੇ ਆ ਉਹ ਸੂਝ-ਬੂਝ ਨਾਲ ਖੇਡਣੇ ਪੈਣਗੇ। ਸੰਗਠਨਾਤਮਕ ਚਾਹੇ ਇਹਨਾਂ ਦਾ ਢਾਂਚਾ ਹੋਵੇ, ਚਾਹੇ ਇਹਨਾਂ ਦੇ ਮੁੱਦੇ ਹੋਣ। ਹੁਣ ਤੁਸੀਂ ਦੇਖੋ, ਮੈਂ ਤਾਜ਼ਾ ਇੱਕ ਸਰਵੇ ਦੀ ਗੱਲ ਕਰਦਾ। DB ਲਾਈਵ ਕਰਕੇ ਇੱਕ ਟੀਵੀ ਆ, ਉਹਨਾਂ ਨੇ ਇੱਕ ਸਰਵੇ ਕੀਤਾ, ਤਾਜ਼ਾ ਸਰਵੇ ਕੀਤਾ। ਉਹਦੇ ਵਿੱਚ ਅਕਾਲੀ ਦਲ ਦੀ ਜਾਂ ਆਮ ਆਦਮੀ ਪਾਰਟੀ ਦੀ ਕੋਈ ਸਥਿਤੀ ਵਧੀਆ ਨਹੀਂ ਦੱਸੀ ਜਾ ਰਹੀ। ਹਾਲਾਂਕਿ ਸਰਵੇਆਂ ਵੱਲ ਸਾਡਾ ਬਹੁਤ ਜ਼ਿਆਦਾ ਧਿਆਨ ਨਹੀਂ ਹੋਣਾ ਚਾਹੀਦਾ। ਵੱਖਰੇ ਸਰਵੇ ਹੁੰਦੇ ਆ, ਔਰ ਕਈ ਵਾਰੀ ਜਿਹੜੇ ਸਰਵੇ ਹੁੰਦੇ ਆ ਉਹ ਕਈ ਵਾਰੀ ਮੈਨੀਪੂਲੇਟਡ ਵੀ ਹੁੰਦੇ ਆ। ਉਹਨਾਂ ਨੂੰ ਜਾਣ ਬੁੱਝ ਕੇ ਇੱਕ ਤਰਫਾ ਨਹੀਂ ਕੀਤਾ ਜਾਂਦਾ। ਸੋ ਇਹ ਸਾਰੀਆਂ ਗੱਲਾਂ ਨੇ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਹੋਰ ਪੱਤੇ ਖੁੱਲਣਗੇ, ਫਿਰ ਅਸੀਂ ਆਪਣੇ ਜਿਹੜੇ ਦਰਸ਼ਕਾਂ ਨੂੰ ਹੋਰ ਖੁਲਾਸੇ ਦੱਸ ਸਕਾਂਗੇ। ਜੀ ਰੰਧਾਵਾ ਜੀ। ਜਿਹੜੀ ਸਪੇਸ ਅਕਾਲੀ ਦਲ ਦੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੈ ਲਈ ਸੀ, ਉਹ ਤੇ ਨਾਲ ਕਾਂਗਰਸ ਨੇ ਜਿਹੜੀ ਖਾਸ ਤੌਰ ਤੇ ਭਾਜਪਾ ਵਾਲੀ ਕੁਝ ਵੋਟ ਗ੍ਰੈਬ ਕਰ ਲਈ ਸੀ, ਸ਼ਹਿਰੀ ਹਿੰਦੂ ਵੋਟ। ਇਹ ਬੜਾ ਅਹਿਮ ਸਵਾਲ ਆ। ਅਕਾਲੀ ਦਲ ਆਪਣੀ ਸਾਰੀ ਦੀ ਸਾਰੀ ਗੇਮ ਆਪਣੇ ਕੈਂਡੀਡੇਟਸ ਤੇ ਖੇਡ ਰਿਹਾ। ਤੁਸੀਂ ਬੜੀ ਸੋਹਣੀ ਗੱਲ ਕੀਤੀ ਆ। ਮਾਝੇ ਦੇ ਵਿੱਚ ਇੱਕ ਬ੍ਰਿਗੇਡ ਬੜੀ ਤਗੜੀ ਸੀ, ਮਾਝੇ ਦੇ ਵਿੱਚ ਮਾਝਾ ਬ੍ਰਿਗੇਡ ਬਹੁਤ ਤਗੜੀ ਸੀਗੀ। ਹੁਣ ਵੇਖਣ ਵਾਲੀ ਗੱਲ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ 2 ਨਹੀਂ 3 ਅਹਿਮ ਸੀਟਾਂ ਨੇ। ਅਕਾਲੀ ਦਲ ਹਰਗੋਬਿੰਦਪੁਰ ਵਾਲੀ ਸੀਟ ਤੋਂ ਸਦਾ ਹਰਦਾ ਆ, ਕਿਉਂਕਿ ਉਹ ਕੈਂਡੀਡੇਟ ਬਾਹਰੋਂ ਲਿਆ ਕੇ ਦਿੰਦੇ ਸੀ। ਅਖੇ ਪੰਥਕ ਸੀਟ ਆ, ਇਹ ਤਾਂ ਅਕਾਲੀ ਦਲ ਨੇ ਜਿੱਤਣੀ ਆ, ਲੇਕਿਨ ਹਾਰ ਜਾਂਦੀ ਰਹੀ। ਔਰ ਹੁਣ ਜਿਹੜੀ ਉੱਥੇ ਲੋਕਲ ਕੈਂਡੀਡੇਟ ਰਾਜਨਵੀਰ ਸਿੰਘ ਘਮਾਣ ਦਿੱਤਾ, ਜਿਹੜਾ ਲਗਾਤਾਰ ਹਲਕੇ 'ਚ ਹੀ ਹੈ। ਔਰ ਦੂਜੇ ਬੰਨੇ ਜਿਹੜੀ ਸਭ ਤੋਂ ਵੱਡੀ ਤੋਪ ਆ, ਉਹ ਮਾਝੇ ਦੇ 2 ਵੱਡੇ ਲੀਡਰ ਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਸੀਗੇ, ਅਗਲੇ ਨੈਕਸਟ ਮੁੱਖ ਮੰਤਰੀ ਸੀ, ਕੰਮ ਸਾਰਾ ਉਹੀ ਕਰਦੇ ਰਹੇ। ਉਹਨਾਂ ਦੇ ਖਿਲਾਫ ਇੱਕ ਜ਼ਮੀਨ ਨਾਲ ਜੁੜਿਆ ਕੈਂਡੀਡੇਟ ਉਤਾਰਿਆ, ਲਖਵੀਰ ਸਿੰਘ ਲੋਧੀ ਨੰਗਲ। ਭਾਵੇਂ ਉੱਥੇ ਵਰਕ ਰਵੀਕਰਨ ਸਿੰਘ ਕਾਲੋਂ ਨੇ ਬਹੁਤ ਕੀਤਾ ਸੀਗਾ। ਹੁਣ ਰਵੀਕਰਨ ਸਿੰਘ ਕਾਲੋਂ ਵਰਗਾ ਨੌਜਵਾਨ ਸੁਖਜਿੰਦਰ ਸਿੰਘ ਰੰਧਾਵੇ ਦੇ ਅੱਗੇ ਦਾਤਾ। ਔਰ ਮੇਰਾ ਖਿਆਲ ਹੈ ਕਿ ਇਹ ਫੈਸਲਾ ਸੁਖਜਿੰਦਰ ਸਿੰਘ ਰੰਧਾਵੇ ਨੂੰ ਵੀ ਆਪਣੇ ਹਲਕੇ ਦੇ ਵਿੱਚ ਵਾਪਸ ਮੁੜਨ ਲਈ ਮਜਬੂਰ ਕਰ ਰਿਹਾ, ਕਿਉਂਕਿ ਉੱਥੇ ਗਰਾਊਂਡ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਲੜਾਈ ਹੈ, ਸਿਆਸੀ ਲੜਾਈ, ਉਹ ਭਖ ਗਈ ਹੈ। ਸੋ ਇਹ ਬਿਕਰਮ ਮਜੀਠੀਆ ਦੀ ਜਿਹੜੀ ਰਣਨੀਤੀ ਮਾਝੇ ਦੇ ਵਿੱਚ ਆ, ਤੇ ਇਸੇ ਤਰ੍ਹਾਂ ਜਿਹੜੀ ਮਾਲਵੇ ਦੇ ਵਿੱਚ ਬਾਦਲ ਪਰਿਵਾਰ ਸਾਰੀ ਗੇਮ ਖੇਡ ਰਿਹਾ, ਇਹ ਉਹਨਾਂ ਪਾਰਟੀਆਂ ਦੀ ਜਿਹੜੀ ਅਸਫਲਤਾ ਵੀ ਤੁਸੀਂ ਮੰਨ ਸਕਦੇ ਹੋ, ਜਿਨ੍ਹਾਂ ਦਾ ਉਹ ਸਾਰਾ ਉਹ ਜਿਹੜੀ ਸਪੇਸ ਜਿਨ੍ਹਾਂ ਨੇ ਗ੍ਰੈਬ ਕਰ ਲਈ ਸੀ। ਹੁਣ ਆਮ ਆਦਮੀ ਪਾਰਟੀ ਦਾ ਸਮੇਂ ਸਿਰ ਫੈਸਲੇ ਨਾ ਲੈਣਾ, ਕਾਂਗਰਸ ਪਾਰਟੀ ਦਾ ਕਲੇਸ਼ ਅਜੇ ਤੱਕ ਅਕਾਲੀ ਦਲ ਨੂੰ ਲਗਭਗ, ਜੇ ਗਰਾਊਂਡ ਤੇ ਦੇਖੋਗੇ, ਜੇ ਵਿਰੋਧ ਦੀ ਨਜ਼ਰ ਨਾਲ ਦੇਖੋਗੇ ਫਿਰ ਤੁਹਾਨੂੰ ਨਜ਼ਰ ਨਹੀਂ ਆਊਗਾ, ਲੇਕਿਨ ਜਿਹੜਾ ਕੈਂਡੀਡੇਟਸ ਦੇ ਉੱਤੇ ਰਿਲਾਈ ਕਰਨਾ, ਇਹ ਕਾਫੀ ਹੱਦ ਤੱਕ ਗਰਾਊਂਡ ਤੇ ਕੰਮ ਵੱਧ ਗਿਆ। ਲੜਾਈ ਬੜੀ ਭਖਵੀਂ ਹੋਣ ਵਾਲੀ ਆ। ਹੁਣ ਆਪਾਂ ਜੇ ਅੱਗੇ ਵਧੀਏ, ਹਾਂ, ਇੱਕ ਚੀਜ਼ ਜਿਹੜੀ ਰਹਿ ਗਈ ਸੀ ਕਿ ਸ਼੍ਰੋਮਣੀ ਕਮੇਟੀ ਦਾ ਚਿਹਰਾ ਪੁਰਾਣੇ ਜਥੇਦਾਰ ਟੌੜੇ ਵਾਲੇ ਚਿਹਰੇ ਵਰਗਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਧਾਮੀ ਘੱਟ ਬੋਲਣ ਵਾਲੇ, ਚੁੱਪ ਚਪੀਤੇ, ਇੰਟਰੋਵਰਟਡ ਕਿਸਮ ਦੇ ਬੰਦੇ ਆ, ਔਰ ਉਹ ਟੌੜਾ ਗਰੁੱਪ ਦੇ ਪੁਰਾਣੇ ਭਰੋਸੇਯੋਗ ਆ। ਤੇ ਇਹ ਹੁਣ ਸੁਣਿਆ ਕਿ ਉਹ ਬਾਦਲ ਦੇ ਪਰਿਵਾਰ ਦੇ ਵੀ ਭਰੋਸੇਯੋਗ ਆ। ਸੋ ਇੱਕ ਤੀਰ ਨਾਲ ਕਈ ਸ਼ਿਕਾਰ ਕੀਤੇ ਗਏ। ਅੱਗੇ ਇਲੈਕਸ਼ਨ ਆਉਣ ਵਾਲੀ ਆ, ਔਰ ਉਹ ਸਾਰੀਆਂ ਧਿਰਾਂ ਜਿਹੜੇ ਇੱਕ ਪ੍ਰਿੰਸੀਪਲ ਸੁਰਿੰਦਰ ਸਿੰਘ ਸੀ, ਕਿਸੇ ਵੇਲੇ ਇਹਨਾਂ ਨੂੰ ਬੇਅਦਬੀ ਮਾਮਲਿਆਂ ਤੇ ਛੱਡ ਵੀ ਗਏ ਸੀ, ਉਹਨਾਂ ਨੂੰ ਮੁੜ ਕੇ ਲਿਆਂਦਾ ਗਿਆ। ਕਰਨੈਲ ਸਿੰਘ ਪੰਜੋਲੀ ਜਿਹੜੇ ਜਨਰਲ ਸਕੱਤਰ ਬਣਾਏ ਗਏ, ਉਹ ਅਕਾਲੀ ਦਲ ਦੇ ਜ਼ਬਰਦਸਤ ਆਲੋਚਕ ਰਹੇ ਆ, ਉਹ ਬਾਦਲ ਪਰਿਵਾਰ ਦੇ ਆਲੋਚਕ ਰਹੇ ਆ, ਲੇਕਿਨ ਮੁੱਦਿਆਂ ਤੇ ਰਹੇ ਆ। ਹੁਣ ਉਹਨਾਂ ਲੋਕਾਂ ਨੂੰ ਇਕੱਠਿਆਂ ਕਰਕੇ ਇੱਕ ਟੀਮ ਬਣਾ ਕੇ, ਜਿਹੜੀ ਅਕਸਰ ਕਹੀ ਜਾਂਦੀ ਸੀ ਕਿ ਵਿਰੋਧੀਆਂ ਨੂੰ ਨੌਕਰੇ ਲਾ ਕੇ ਰੱਖਿਆ ਜਾਂਦਾ, ਇੱਥੇ ਵੀ ਇੱਕ ਤਗੜੀ ਪੈਂਤੜੇ ਨੂੰ ਅਖਤਿਆਰ ਕੀਤਾ ਗਿਆ, ਜਿਹੜਾ ਅੱਗੇ ਜਾ ਕੇ ਕੀ ਰਿਜ਼ਲਟ ਦਿੰਦਾ ਇਹਦਾ ਕੋਈ ਪਤਾ ਨਹੀਂ। ਪਰ ਇੱਕ ਵਾਰੀ ਜਿਹੜੀ ਖੁਰੀ ਹੋਈ ਵੋਟ ਸੀ, ਪੰਥਕ ਵੋਟ, ਜਿਹਨੂੰ ਦੂਰੀ ਜਿਹਨੇ ਬਣਾ ਲਈ ਸੀ ਅਕਾਲੀ ਦਲ ਤੋਂ, ਉਹਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ। ਸਿਆਸਤ ਔਰ ਧਰਮ ਨੂੰ ਇੱਕ ਖਾਸ ਦਿਸ਼ਾ 'ਚ ਚਲਾਉਣ ਦਾ ਉਪਰਾਲਾ ਹੋ ਰਿਹਾ। ਹੁਣ ਤੁਸੀਂ ਟਿੱਪਣੀ ਵੀ ਦਿਓ ਤੇ ਅੱਗੇ ਵਧੀਏ ਫਿਰ। ਨਹੀਂ, ਬਿਲਕੁਲ ਤੁਹਾਡੀ ਗੱਲ, ਤੁਸੀਂ ਸਾਰਾ ਕੁਝ ਕਹਿ ਹੀ ਦਿੱਤਾ। ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਆਪਾਂ ਮਾਝੇ ਦੀ ਗੱਲ ਕਰਦੇ ਆ, ਤੁਹਾਨੂੰ ਪਤਾ 25 ਚੋਂ 23 ਸੀਟਾਂ ਕਾਂਗਰਸ ਨੇ ਇੱਥੋਂ ਜਿਹੜਾ ਸਨ 2017 ਦੇ ਵਿੱਚ ਜਿੱਤੀਆਂ ਸੀ। ਸੋ ਬਹੁਤ ਅਹਿਮ ਇਲਾਕਾ। ਇਸੇ ਕਰਕੇ ਹੁਣ ਬਿਕਰਮ ਸਿੰਘ ਮਜੀਠੀਆ ਤੇ ਜ਼ਿੰਮੇਵਾਰੀ ਹੈ, ਜਿਹੜੀ ਉਹਨਾਂ ਦੀ ਰਿਸਪੌਂਸਿਬਿਲਿਟੀ ਆ, ਹੋਰ ਵੀ ਵੱਧ ਜਾਂਦੀ ਆ ਕਿ ਉਹ ਮਾਝੇ ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀਆਂ ਕੁ ਸੀਟਾਂ ਦਵਾ ਸਕਦੇ ਆ, ਕਿੰਨੀਆਂ ਸੀਟਾਂ ਉਹ ਕਾਂਗਰਸ ਨੂੰ ਹਰਵਾ ਸਕਦੇ ਨੇ। ਕਿਉਂਕਿ ਨਵਜੋਤ ਸਿੰਘ ਸਿੱਧੂ ਅਕਸਰ ਜ਼ਿਕਰ ਕਰਦੇ ਆ, ਕਹਿੰਦੇ ਮੈਂ ਮਾਝੇ ਦੇ ਵਿੱਚ ਬਹੁਤ ਪ੍ਰਚਾਰ ਕੀਤਾ, ਤੇ ਸਾਰੇ ਦਾ ਸਾਰਾ ਕ੍ਰੈਡਿਟ ਉਹ ਅਕਸਰ ਆਪ ਲੈਂਦੇ ਆ ਕਿ ਉਸ ਪ੍ਰਚਾਰ ਕਰਕੇ ਹੀ ਅਸੀਂ ਜਿਹੜੀ ਕਾਂਗਰਸ ਦਾ ਇੰਨਾ ਵੱਡਾ ਜਿਹੜਾ ਉੱਥੇ ਜਿੱਤ ਹੋਈ ਆ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ। ਬਾਕੀ ਤੁਸੀਂ ਗੱਲ ਕਰਦੇ ਸੀ SGPC ਦੇ ਪ੍ਰਧਾਨ ਦੀ, ਮੈਂ ਇੱਕ ਟਿੱਪਣੀ ਪੜ੍ਹ ਰਿਹਾ ਸੀ ਪਿਛਲੇ ਦਿਨ ਬਲਵੰਤ ਸਿੰਘ ਰਾਮੂਵਾਲੀਆ ਹੋਣਾ ਦੀ, ਉਹ ਵੀ ਹੁਣ ਸਰਗਰਮ ਹੋ ਗਏ ਆ। ਤੇ ਉਹ ਕਹਿੰਦੇ ਸੀ ਆਪਾਂ ਕਿਰਨਜੋਤ ਕੌਰ
ਜਿਹੜੇ ਤੁਹਾਨੂੰ ਪਤਾ ਹੀ ਹੈ ਮਾਸਟਰ ਤਾਰਾ ਸਿੰਘ ਹੋਣਾ ਦੇ ਦੋਤੀ ਆ, ਇਹਨਾਂ ਨੂੰ ਅਸੀਂ ਕਿਉਂ ਨਹੀਂ ਪ੍ਰਧਾਨ ਬਣਾਉਂਦੇ। ਸੋ ਬਹੁਤ ਤਰ੍ਹਾਂ ਦੀਆਂ, ਪਰ ਹਾਂ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਹ ਨਵੇਂ ਧਾਮੀ ਸਾਹਿਬ ਨੂੰ ਦੁਬਾਰਾ ਇੱਕ SGPC ਦਾ ਪ੍ਰਧਾਨ ਬਣਾ ਕੇ ਦੁਬਾਰਾ ਇੱਕ ਤਰ੍ਹਾਂ ਜਿਹੜੀ ਪੰਥਕ ਵੋਟ ਨੂੰ ਦੁਬਾਰਾ ਸਿੱਧਣ ਦੀ ਕੋਸ਼ਿਸ਼ ਕੀਤੀ ਹੈ। ਦੇਖਦੇ ਹਾਂ ਕਿ ਇਹਦੇ ਵਿੱਚ ਕਿੰਨਾ ਕੁ ਉਹ ਕਾਮਯਾਬ ਹੁੰਦੇ ਆ ਜੀ। ਤੁਹਾਡੀ ਇੱਕ ਟਿੱਪਣੀ ਤੇ ਹੋਰ ਟਿੱਪਣੀ ਬਣਦੀ ਹੈ ਕਿ ਜਦੋਂ ਕਾਂਗਰਸ ਮਾਝੇ ਦੇ ਵਿੱਚੋਂ ਕਲੀਨ ਸਵੀਪ ਕਰਦੀ ਹੈ ਤਾਂ 97 ਨੂੰ ਯਾਦ ਵੀ ਰੱਖਣਾ ਚਾਹੀਦਾ ਕਿ ਮਾਝਾ ਅਕਸਰ ਉਧਰ ਝੁਕਦਾ ਹੈ ਜਿਹਦੀ ਗਵਰਨਮੈਂਟ ਬਣ ਰਹੀ ਹੋਵੇ। ਮੈਂ ਇਸ ਕਰਕੇ ਨਹੀਂ ਕਿ ਮੈਂ ਮਾਝੇ ਚ ਆਉਣਾ ਹੈ, ਮਾਲਵਾ ਜਿਹੜਾ ਉਹ ਹਮੇਸ਼ਾ ਬਦਲਾਅ ਦਾ ਸੂਚਕ ਰਿਹਾ। ਮਾਲਵੇ ਦੇ ਲੋਕ ਦਲੇਰ ਨੇ, ਮਾਲਵੇ ਦੇ ਲੋਕ ਤਬਦੀਲੀ ਚਾਹੁੰਦੇ ਨੇ, ਮਾਲਵੇ ਦੇ ਲੋਕ ਫੈਸਲਾਕੁੰਨ ਹੋ ਜਾਂਦੇ ਆ ਤੇ ਉਹ ਲਹਿਰਾਂ ਦੇ ਨਾਲ ਵੀ ਚੱਲ ਪੈਂਦੇ ਆ। ਲੇਕਿਨ ਮਾਝੇ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ, ਮਾਝਾ ਤੇ ਦੁਆਬਾ ਖਾਸ ਤੌਰ ਤੇ ਕੈਲਕੂਲੇਟਡ ਤਰੀਕੇ ਨਾਲ ਚੱਲਦੇ ਆ ਕਿ ਜਿਹਦੀ ਸੱਤਾ ਉਹਦੇ ਨਾਲ ਤੁਰਨ ਦਾ ਫਾਇਦਾ। ਸ਼ਾਇਦ ਬਹੁਤ ਮਾਰਾਂ ਝੱਲੀਆਂ ਨੇ, ਖੜਕੂਆ ਤੋਂ ਲੈ ਕੇ ਪਹਿਲਾਂ ਜੰਗਾਂ ਤੋਂ ਲੈ ਕੇ ਹਰ ਵੇਲੇ ਕਿ ਮਾਰਾਂ ਹੀ ਖਾਧੀਆਂ ਨੇ, ਔਰ ਘਰਾਂ 'ਚ 70 ਬਿਸ਼ਰੇ ਲੋਕ ਹੁਣ ਸੱਤਾ ਦੇ ਨਾਲ ਰਹਿਣਾ ਚਾਹੁੰਦੇ ਆ। 97 ਦੇ ਵਿੱਚ ਕਲੀਨ ਸਵੀਪ ਇਹਨਾਂ ਕਰਤਾ ਸੀ, ਸਿਰਫ ਸੋਨੀ ਜਿੱਤੇ ਸੀ, ਤੁਹਾਨੂੰ ਯਾਦ ਹੋਣਾ, ਆਜ਼ਾਦ ਬਾਕੀ ਸਾਰੀਆਂ ਜਿਹੜੀਆਂ ਕਾਂਗਰਸ ਹਰ ਗਈ ਸੀ। ਤੇ ਹੁਣ ਕਾਂਗਰਸ ਕੋਲ ਬਹੁਮਤ ਆ। ਹੁਣ ਲੜਾਈ ਐਤਕਾਂ ਬਹੁਤ ਫਸਵੀਂ ਆ ਤੇ ਇਹ ਕਿੱਦਾਂ ਅੱਗੇ ਵੱਧਦੀ ਹੈ ਗੱਲ, ਕੌਣ ਕਿੱਥੋਂ ਐਜ ਲੈਂਦਾ। ਜੇ ਆਮ ਆਦਮੀ ਪਾਰਟੀ ਨਿਰਣਾਇਕ ਚਿਹਰਾ ਦੇ ਪਾਉਂਦੀ ਹੈ, ਜੇ ਸਿੱਧੂ ਉਹਨਾਂ ਨਾਲ ਚਲੇ ਜਾਂਦੇ ਆ, ਬੀਜੇਪੀ ਆਪਣਾ ਰੁਖ ਅਖਤਿਆਰ ਕੀ ਕਰਦੀ ਹੈ, ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਕਲੀਅਰ ਹੋਊਗਾ ਕਿ ਅਕਾਲੀ ਦਲ ਨੂੰ ਕਿੰਨੀ ਸਪੇਸ ਮਿਲਦੀ ਆ। ਲੇਕਿਨ ਕਾਂਗਰਸ ਦਾ ਕਲੇਸ਼ ਉਹਨੂੰ ਬਹੁਤ ਭਾਰੀ ਪੈ ਰਿਹਾ। ਹੁਣ ਮੈਨੂੰ ਇਹ ਦੱਸ ਦਿਓ ਵੀ ਆਪਣੇ ਕਿਸਾਨ ਕਦੋਂ ਵਾਪਸ ਆ ਰਹੇ ਆ? ਇਹਦੇ ਤੇ ਹੁਣ ਟਿੱਪਣੀ ਨਾਲ ਹੀ ਮੋਦੀ ਸਾਹਿਬ ਨੇ ਜਿਹੜੇ ਬਿੱਲ ਵਾਪਸ ਕੀਤੇ, ਉੱਥੇ ਉਹਨਾਂ ਕੁਝ ਟਿੱਪਣੀਆਂ ਸੰਸਦ 'ਚ ਜਾਣ ਤੋਂ ਪਹਿਲਾਂ ਕੀਤੀਆਂ। ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ, ਕਿਉਂਕਿ ਹੁਣ ਮੇਰਾ ਕੋਈ ਸਵਾਲ ਬਾਕੀ ਨਹੀਂ, ਹੁਣ ਜਿਹੜੀ ਸਾਰੀ ਗੱਲ ਤੁਹਾਡੇ ਤੇ ਜੀ। ਰੰਧਾਵਾ ਜੀ ਦੇਖੋ, ਪ੍ਰਧਾਨ ਮੰਤਰੀ ਮੋਦੀ ਜਦੋਂ ਕੱਲ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਸੰਸਦ ਦਾ ਸ਼ੁਰੂ ਹੁੰਦਾ ਤੇ ਜਾਣ ਤੋਂ ਪਹਿਲਾਂ ਬਾਹਰ ਪੱਤਰਕਾਰ ਵਿਚਾਰੇ ਖੜੇ ਰਹਿੰਦੇ ਆ ਫੜ ਕੇ ਮਾਈਕ, ਵੀ ਸ਼ਾਇਦ ਕਿਸੇ ਤਰ੍ਹਾਂ ਸਾਡੇ ਨਾਲ ਕੋਈ ਗੱਲ ਕਰਨਗੇ, ਕਿਉਂਕਿ ਮੋਦੀ ਸਾਹਿਬ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਤਾਂ ਆਦਤ ਹੈ ਨਹੀਂ। ਪਿਛਲੇ 7-8 ਸਾਲਾਂ 'ਚ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਿਹੜੇ ਪ੍ਰਧਾਨ ਮੰਤਰੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਲੋਕਤੰਤਰ ਦੀ ਦੁਹਾਈ ਦਿੰਦੇ ਆ, ਉਹ ਆਪਣੇ ਮੁਲਕ ਦੇ ਵਿੱਚ ਮੀਡੀਆ ਦੇ ਨਾਲ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦੇ। ਦੂਸਰੀ ਗੱਲ, ਜਦੋਂ ਆਪਾਂ ਸੰਸਦ ਦੀ ਗੱਲ ਕਰਦੇ ਹਾਂ, ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਤੇ ਫਿਰ ਗੱਲ ਆਉਂਦੀ ਹੈ ਕਿ ਉਹ ਕਾਹਦੇ ਵਾਸਤੇ ਹੁੰਦੀ ਆ। ਅਸੀਂ ਚੁਣ ਕੇ ਜਿਹੜੇ MP ਆ ਆਪਣੇ ਸੰਸਦਾਂ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ MLA ਕਿਉਂ ਭੇਜਦੇ ਆ? ਤਾਂ ਕਿ ਉਹ ਮੁੱਦਿਆਂ ਤੇ ਜਾ ਕੇ, ਜਨਤਾ ਦੇ ਮੁੱਦਿਆਂ 'ਤੇ ਜਾ ਕੇ ਉੱਥੇ ਬਹਿਸ ਕਰਨ। ਉਸ ਬਹਿਸ ਦੇ ਵਿੱਚੋਂ ਕੋਈ ਚੰਗੀ ਗੱਲ ਨਿਕਲੇ, ਕੋਈ ਚੰਗਾ ਸਿੱਟਾ ਨਿਕਲੇ ਤੇ ਉਸ ਤੇ ਫਿਰ ਮੁੜ ਕੇ ਕਾਨੂੰਨ ਬਣਨ। ਸਾਡਾ ਜਿਹੜਾ ਮਕਸਦ ਹੁੰਦਾ ਉਹ ਇਹ ਹੁੰਦਾ। ਲੇਕਿਨ ਕੀ ਹੁੰਦਾ ਕਿ ਉੱਥੇ ਜਦੋਂ ਕੱਲ ਕਾਨੂੰਨ ਵਾਪਸ ਲੈ ਗਏ, ਉੱਥੇ ਕਿਸੇ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੁੰਦੀ। ਇੱਕ ਤਰਫਾ, ਜੇ ਤੁਸੀਂ ਇੱਕ ਤਰ੍ਹਾਂ ਦੇਖੋ, ਪਹਿਲਾਂ ਕਾਨੂੰਨ ਆਪਣੇ ਆਪ ਹੀ ਲੈ ਕੇ ਆਉਂਦੇ ਗਏ, ਕਿਸੇ ਵੀ ਤਰ੍ਹਾਂ ਕਿਸਾਨਾਂ ਦੀ ਜਾਂ ਕਿਸਾਨਾਂ ਦੇ ਆਗੂਆਂ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਸੀ ਉਹਨਾਂ ਦੇ ਵਿੱਚ। ਆਪ ਹੀ ਆਰਡੀਨੈਂਸ ਲੈ ਕੇ ਆਂਦਾ, ਆਪ ਹੀ ਉਹਨਾਂ ਨੂੰ ਬਾਅਦ ਚ ਕਾਨੂੰਨ ਪਾਸ ਕਰਤੇ। ਤੇ ਜਦੋਂ ਫੈਸਲਾ ਕੀਤਾ 19 ਨਵੰਬਰ ਨੂੰ, ਗੁਰਪੁਰਬ ਵਾਲੇ ਦਿਨ, ਉਹ ਵੀ ਆਪ ਹੀ ਇਕੱਲਿਆਂ ਨੇ ਕੀਤਾ ਕਿ ਅਸੀਂ ਤਾਂ ਜੀ ਵਾਪਸ ਲੈ ਰਹੇ ਨੇ। ਉਹਦੇ ਵਿੱਚ ਵੀ ਕਿਸਾਨਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਤੇ ਜਦੋਂ ਕੱਲ ਫਿਰ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਖਾਰਜ ਕੀਤਾ ਤੇ ਉੱਥੇ ਵੀ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਹੋਈ। ਬਹਿਸ ਤੋਂ ਕਿਉਂ ਡਰਦੇ ਆ? ਕਿਉਂਕਿ ਬਹਿਸ ਤੋਂ ਇਸ ਕਰਕੇ ਡਰਦੇ ਆ ਕਿ ਆਪੋਜੀਸ਼ਨ ਵਿਰੋਧੀ ਪਾਰਟੀਆਂ ਸਵਾਲ ਪੁੱਛਣਗੀਆਂ ਕਿ ਤੁਸੀਂ ਲੈ ਕੇ ਇਹ ਬਿੱਲ ਕਿਉਂ ਆਏ, ਕਾਨੂੰਨ ਲੈ ਕੇ ਕਿਉਂ ਆਏ, ਤੇ ਹੁਣ ਖਾਰਜ ਕਿਉਂ ਕਰ ਰਹੇ ਹੋ? ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ, ਕਈ ਤਰ੍ਹਾਂ ਦੇ ਜਿਹੜੀਆਂ ਟਿੱਪਣੀਆਂ ਇਹਨਾਂ ਨੂੰ ਸਹਿਣੀਆਂ ਪੈਂਦੀਆਂ, ਜਿਹੜੀਆਂ ਆਪੋਜੀਸ਼ਨ ਦੀਆਂ ਜਿਹੜੀਆਂ ਦੂਸ਼ਣਬਾਜ਼ੀਆਂ ਸੀ ਉਹ ਸਹਿਣੀਆਂ ਪੈਂਦੀਆਂ। ਉਸ ਤੋਂ ਬਚਣ ਲਈ ਨਰਿੰਦਰ ਸਿੰਘ ਤੋਮਰ ਨੇ ਹਾਊਸ 'ਚ ਹੀ ਕਹਿਤਾ ਕਿ ਅਸੀਂ ਇਸ ਤੇ ਹੁਣ ਕੋਈ ਬਹਿਸ ਨਹੀਂ ਚਾਹੁੰਦੇ। ਹੁਣ ਗੱਲ ਕਰ ਲਈਏ ਆਪਾਂ ਕਿਸਾਨਾਂ ਦੇ ਵਾਪਸ ਆਉਣ ਦੀ। ਦੇਖੋ, ਕਿਸਾਨਾਂ ਨੇ ਇਸ ਗੱਲ ਨੂੰ ਜਿੱਤ ਦੇ ਤੌਰ ਤੇ ਲਿਆ, ਬਹੁਤ ਵੱਡੀ ਜਿੱਤ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਸਾਲ ਭਰ ਇੱਕ ਮੋਰਚੇ ਤੇ ਡਟੇ ਰਹਿਣਾ, ਔਰ ਪੰਜਾਬ ਤੇ ਹਰਿਆਣਾ ਦੇ ਕਈ ਅੰਦਰਲੇ ਸ਼ਹਿਰਾਂ ਦੇ ਵਿੱਚ 1.5 ਸਾਲ ਤੋਂ ਜਿਹੜੇ ਕਿਸਾਨ ਆ ਉਹ ਪੱਕੇ ਮੋਰਚਿਆਂ ਤੇ 125 ਮੋਰਚੇ ਇਸ ਤਰ੍ਹਾਂ ਦੇ ਜਿਨ੍ਹਾਂ ਤੇ ਉਹ ਡਟੇ ਹੋਏ ਨੇ। ਹੁਣ ਉਹਨਾਂ ਨੇ 1 ਦਸੰਬਰ ਨੂੰ ਮੀਟਿੰਗ ਜਿਹੜਾ ਉਹ ਸੱਦਾ ਦਿੱਤਾ। 32 ਕਿਸਾਨ ਜਥੇਬੰਦੀਆਂ ਪੰਜਾਬ ਤੋਂ ਤੇ ਬਾਕੀ 10 ਹੋਰ 42 ਉਹ ਜਥੇਬੰਦੀਆਂ, ਇਹ ਉਹੀ 42 ਜਥੇਬੰਦੀਆਂ ਰੰਧਾਵਾ ਜੀ ਜਿਹੜੀਆਂ 11 ਦੌਰ ਦੇ ਦੌਰਾਨ ਗੱਲਬਾਤ ਕਰਨ ਜਾਂਦੀਆਂ ਹੁੰਦੀਆਂ ਸੀ। ਇਹਨਾਂ ਦੇ ਵੱਖਰੇ ਵੱਖਰੇ ਨੁਮਾਇੰਦੇ ਉੱਥੇ ਜਾਂਦੇ ਹੁੰਦੇ ਸੀ। ਉਹ ਹੁਣ ਮਿਲ ਕੇ ਇਹ ਫੈਸਲਾ ਕਰਨਗੇ। ਤੁਸੀਂ ਗੱਲ ਬਿਲਕੁਲ ਠੀਕ ਕਹੀ ਆ। ਲਗਭਗ ਇਨ ਪ੍ਰਿੰਸੀਪਲ, ਸਿਧਾਂਤਕ ਤੌਰ ਤੇ ਇਹ ਫੈਸਲਾ ਹੋ ਚੁੱਕਾ ਕਿ ਅਸੀਂ ਵਾਪਸ ਜਾਣਾ। ਕਮੇਟੀ ਦੀ ਗੱਲ ਹੋਈ ਹੈ, MSP ਦੀ ਸਿਰਫ ਗੱਲ ਰਹਿ ਗਈ ਆ, ਕਿਉਂਕਿ ਪਰਾਲੀ ਵਾਲਾ ਕਾਨੂੰਨ ਤੇ ਬਿਜਲੀ ਵਾਲਾ ਜਿਹੜਾ ਕਾਨੂੰਨ ਆ ਉਹ ਸਰਕਾਰ ਨੇ ਜਦੋਂ ਗੱਲਬਾਤ ਚੱਲ ਰਹੀ ਸੀ 11 ਦੌਰ ਦੀ, ਉਸੇ ਦੌਰਾਨ ਕਹਿਤਾ ਸੀ ਕਿ ਇਸ ਨੂੰ ਅਸੀਂ ਵਾਪਸ ਲੈ ਲਾਂਗੇ। ਹੁਣ 3-4 ਮਸਲੇ ਜਿਹੜੇ ਮੋਟੇ ਰਹਿ ਗਏ ਆ। ਇੱਕ ਤਾਂ ਮਿਨੀਮਮ ਸਪੋਰਟ ਪ੍ਰਾਈਸ ਦਾ ਕਿ ਇਹਨਾਂ ਨੂੰ ਕਾਨੂੰਨੀ ਜਾਮਾ ਪਹਿਨਾਓ MSP ਨੂੰ। ਇੱਕ ਜਿਹੜਾ ਅਜੇ ਕੁਮਾਰ ਮਿਸ਼ਰਾ ਨੇ ਜਿਹੜੇ ਗ੍ਰਹਿ ਰਾਜ ਮੰਤਰੀ ਆ,
ਉਹਨਾਂ ਨੂੰ ਬਰਖਾਸਤ ਕਰੋ। ਜਿਹੜੇ ਕਿਸਾਨ ਮਰੇ ਨੇ 29 ਨਵੰਬਰ ਤੱਕ ਤਾਂ ਤੁਹਾਨੂੰ ਮੈਂ ਅੰਕੜਾ ਦਿੰਦਾ ਹੋਏਗਾ 687 687 ਜੋ ਕਿਸਾਨ ਮੋਰਚਾ ਸਾਨੂੰ ਦਿੰਦਾ, ਉਸ ਹਿਸਾਬ ਨਾਲ ਇਹਨਾਂ ਨੂੰ ਬਣਦਾ ਮੁਆਵਜ਼ਾ ਮਿਲੇ। ਤੇ ਜਿਹੜੇ ਕੇਸ ਨੇ ਵੱਖਰੇ ਵੱਖਰੇ ਰਾਜ ਸਰਕਾਰਾਂ ਨੇ, ਸੂਬਾ ਸਰਕਾਰਾਂ ਨੇ ਕਿਸਾਨਾਂ ਤੇ ਕੀਤੇ, ਉਹਨਾਂ ਨੂੰ ਵਾਪਸ ਕੀਤਾ ਜਾਵੇ। ਜੇ ਗ੍ਰਹਿ ਮੰਤਰੀ, ਜੇ ਸੈਂਟਰ ਸਰਕਾਰ ਨੇ ਕੀਤੇ ਆ ਤੇ ਉਹਨਾਂ ਨੂੰ ਵਾਪਸ ਹੋਣ ਤੇ ਬਾਕੀ ਸੂਬੇ ਕਰਨ। ਸੋ ਲਗਭਗ ਇਸ ਤਰ੍ਹਾਂ ਦਾ ਖਰੜਾ ਤਿਆਰ ਹੋਇਆ। ਹੁਣ 1 ਦਸੰਬਰ ਨੂੰ ਦੇਖਾਂਗੇ, ਕਿਉਂਕਿ ਸਹਿਮਤੀ ਜਿਸ ਤਰ੍ਹਾਂ ਦੱਸੀ, ਕੱਲ ਮੈਂ ਹਰਮੀਤ ਸਿੰਘ ਕਾਦੀਆਂ ਨੂੰ ਵੀ ਸੁਣ ਰਿਹਾ ਸੀ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਤੇ ਲੱਗਦਾ ਇਹੀ ਸੀ ਕਿ ਮਾਹੌਲ ਬਣ ਗਿਆ। ਹੁਣ ਇਹੀ ਆ ਕਿ ਸਾਰੇ ਮਿਲ ਕੇ ਧਿਰਾਂ ਕੀ ਫੈਸਲਾ ਲੈਂਦੇ ਆ। ਉਸ ਤੋਂ ਬਾਅਦ ਲੋਕੀ ਇਹਨਾਂ ਨੂੰ ਵਾਪਸ ਆ ਕੇ ਪੰਜਾਬ ਦੇ ਵਿੱਚ ਵੈਲਕਮ ਕਰਨ ਲਈ ਤਿਆਰ ਆ, ਇਹਨਾਂ ਦਾ ਸਵਾਗਤ ਕਰਨ ਲਈ ਤਿਆਰ ਆ। ਤੇ ਪੰਜਾਬ ਦੀ ਸੱਤਾ ਇਹਨਾਂ ਦੇ ਵਾਪਸ ਆਉਣ ਦੇ ਨਾਲ ਕੀ ਮੋੜ ਲਏਗੀ, ਇਸ ਪਾਸੇ ਵੀ ਸਾਡਾ ਪੂਰਾ ਧਿਆਨ ਰਹੇਗਾ ਜੀ। ਬਿਲਕੁਲ, ਜੇ ਇਹ ਜਿੱਤ ਦੇ ਜਸ਼ਨ ਪੰਜਾਬ ਦੇ ਕੋਨਿਆਂ ਤੱਕ ਲੈ ਜਾਂਦੇ ਆ, ਲੋਕਾਂ ਨੂੰ ਮੁੱਦਿਆਂ ਤੇ ਜਾਗਰੂਕ ਕਰਦੇ ਜਾਂਦੇ ਆ, ਜੇ ਇਹ ਧਿਰ ਬਣ ਕੇ ਖਲੋਂਦੇ ਆ, ਤਾਂ ਹਰੇਕ ਸੀਟ ਤੋਂ 10,000 ਵੋਟ ਕੰਸੋਲੀਡੇਟ ਹੋ ਸਕਦੀ ਆ, ਇੱਕ ਤਰਫਾ ਪੈ ਸਕਦੀ ਆ ਕਿਸਾਨੀ ਉਮੀਦਵਾਰਾਂ ਨੂੰ, ਉਹ ਭਾਵੇਂ ਕਿਸੇ ਵੀ ਰੂਪ 'ਚ ਖੜੇ ਹੋਣ। ਜਿਸ ਤਰ੍ਹਾਂ ਦਾ ਅੱਜ ਦੇ ਦਿਨ 'ਚ ਮਾਹੌਲ ਆ, ਜਿਸ ਤਰੀਕੇ ਨਾਲ ਇੱਕ ਧਰੁਵੀਕਰਨ ਹੋ ਚੁੱਕਿਆ ਕਿਸਾਨੀ ਲੀਡਰਸ਼ਿਪ ਔਰ ਕਿਸਾਨੀ ਮਾਮਲਿਆਂ ਦੇ ਵਿੱਚ, ਸੋ ਇਹ ਬਹੁਤ ਵੱਡਾ ਸਵਾਲ ਆ ਕਿ ਇਸ ਜਿੱਤ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਨੂੰ ਵੀ ਅੱਗੇ ਵਧਾਉਣਾ ਹੈ। ਹੁਣ ਉਡੀਕ ਹੈ ਕਿ ਇਹ ਕਿਸਾਨੀ ਮਾਮਲਿਆਂ ਤੋਂ ਬਾਅਦ ਸਿਆਸੀ ਮਾਮਲਿਆਂ ਦੇ ਉੱਤੇ ਕਦੋਂ ਮੀਟਿੰਗ ਕਰਦੇ ਆ, ਇਹ ਪੰਜਾਬ ਦੇ ਵਿੱਚ ਕਦੋਂ ਇਕੱਠੇ ਹੁੰਦੇ ਆ, 32 34 40 ਜਿੰਨੇ ਵੀ, ਕਿੰਨੇ ਸਿਰ ਜੁੜਦੇ ਆ, ਤੇ ਫਿਰ ਉਹਨਾਂ ਦੇ ਵਿੱਚੋਂ ਕਿੰਨੇ ਸਹਿਮਤ ਹੁੰਦੇ ਆ ਤੇ ਕਿੰਨੇ ਵਿਰੋਧ ਚ ਆਉਂਦੇ ਆ। ਇਹ ਵੀ ਜਿਹਨੂੰ ਕਹਿੰਦੇ ਆ ਕਸ਼ੀਦ ਹੋ ਕੇ ਆਉਣਾ ਹੈ, ਇਹ ਕਸ਼ੀਦ ਹੋਣਾ, ਇਹ ਪੁਣਿਆ ਜਾਣਾ ਹੈ ਕਿ ਕੌਣ ਪੰਜਾਬ ਵੱਲ ਖਲੋਂਦਾ ਹੈ ਤੇ ਕੌਣ ਰਾਜਨੀਤੀ ਕਰਦਾ ਹੈ। ਕਿਉਂਕਿ ਜੰਗਾਂ ਚੋਂ ਆਏ ਲੋਕ ਅਕਸਰ ਜਜ਼ਬਾਤੀ ਹੁੰਦੇ ਆ, ਤੇ ਜਜ਼ਬਾਤੀ ਲੋਕ ਹੀ ਇਤਿਹਾਸ ਬਣਾਉਂਦੇ ਆ, ਜਜ਼ਬਾਤੀ ਲੋਕ ਹੀ ਬਦਲਾ ਲਿਆਉਂਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।